Hello everyone, welcome back to my channel, and in this today's class I'm going to give you a lesson about describe a time you moved to a new home or a school। एक ऐसा time दसना ਜਦੋਂ ਤੁਸੀਂ ਇੱਕ ਨਵੇਂ ਸਕੂਲ ਜਾਂ ਇੱਕ ਨਵੀਂ ਲਾਈਕ ਹੋਮ ਦੇ ਬਣੀ ਮੂਵ ਕੀਤੇ ਹੋ, ਉੱਥੇ ਰੀਲੋਕੇਟ ਕੀਤੇ ਹੋਵੋ। ਸੋ ਦੇ ਕੁਐਸਚਨਸ ਹੈ ਵੈਨ ਯੂ ਮੂਵਡ, ਤੁਸੀਂ ਕਦੋਂ ਮੂਵ ਕੀਤੇ, ਵੇਅਰ ਯੂ ਮੂਵਡ, ਉਹ ਕਿਹੜੀ ਜਗ੍ਹਾ ਸੀ ਜਿੱਥੇ ਤੁਸੀਂ ਮੂਵ ਕੀਤੇ, ਐਂਡ ਵਾਈ ਯੂ ਮੂਵਡ ਇਟ, ਕਿ ਕੀ ਰੀਜ਼ਨ ਸੀ ਇਸ ਪਿੱਛੇ ਜੋ ਤੁਸੀਂ ਮੂਵ ਕੀਤਾ, ਐਂਡ ਹਾਊ ਯੂ ਫੈਲਟ ਅਬਾਊਟ ਇਟ, ਤੇ ਤੁਹਾਨੂੰ ਇਸ ਬਾਰੇ ਕਿੱਦਾਂ ਲੱਗਿਆ। ਸੋ ਸਟਾਰਟ ਕਰਦੇ ਹਾਂ ਕਿਊ ਕਾਰਡ ਨੂੰ। ਪੀਪਲ ਫ੍ਰੀਕੁਐਂਟਲੀ ਰੀਲੋਕੇਟ ਇਨ ਆਰਡਰ ਟੂ ਪਰਸ਼ੂ ਬੈਟਰ ਚਾਂਸਿਸ, ਕਿ ਅਕਸਰ ਲੋਕੀ ਇੱਕ ਬੈਟਰ ਚਾਂਸਿਸ ਲੈਣ ਦੇ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਰੀਲੋਕੇਟ ਹੁੰਦੇ ਆ, ਮੂਵ ਹੁੰਦੇ ਆ, ਜਾਂ ਤੁਸੀਂ ਇਸ ਨੂੰ ਮਾਈਗ੍ਰੇਟ ਵੀ ਕਹਿ ਸਕਦੇ ਹੋ, ਮਾਈਗ੍ਰੇਟ ਹੁੰਦੇ ਆ। I would like to share a story about a period। मैं इत्थे एक पीरियड, एक टाइम पीरियड की स्टोरी शेयर करन जा रही हाँ। ਵੈਨ ਆਈ ਟਰਾਂਸਫਰਡ ਟੂ ਅ ਨਿਊ ਸਕੂਲ, ਜਦੋਂ ਮੈਨੂੰ ਇੱਕ ਨਵੇਂ ਸਕੂਲ ਦੇ ਵਿੱਚ ਭੇਜ ਦਿੱਤਾ ਗਿਆ ਸੀ, ਐਜ਼ ਅ ਰਿਜ਼ਲਟ ਮਾਈ ਪੇਰੈਂਟਸ ਚੋਜ਼ ਟੂ ਸੈਂਡ ਮੀ ਟੂ ਐਨ ਇੰਗਲਿਸ਼ ਮੀਡੀਅਮ ਕਨਵੈਂਟ ਸਕੂਲ। ਮੇਰੇ ਪੇਰੈਂਟਸ ਨੇ ਇਹ ਡਿਸਾਈਡ ਕੀਤਾ ਕਿ ਉਹ ਮੈਨੂੰ ਇੱਕ ਇੰਗਲਿਸ਼ ਮੀਡੀਅਮ ਕਨਵੈਂਟ ਸਕੂਲ ਦੇ ਵਿੱਚ ਭੇਜਣਗੇ। ਆਈ ਹੈਡ ਟੂ ਟਰਾਂਸਫਰ ਟੂ ਅ ਡਿਫਰੈਂਟ ਸਕੂਲ, ਮੈਨੂੰ ਦੂਸਰੇ ਸਕੂਲ ਵਿੱਚ ਟਰਾਂਸਫਰ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ। ਬਿਕੋਜ਼ ਨਾਈਦਰ ਮਾਈ ਸਟੱਡੀਜ਼ ਨੋਰ ਮਾਈ ਡਿਸਿਪਲਿਨ ਵਰ ਅਪ ਇਨ ਦੈਟ ਸਕੂਲ, ਕਿ ਉਹ ਸਕੂਲ ਦੇ ਵਿੱਚ ਨਾ ਹੀ ਮੇਰੀਆਂ ਸਟੱਡੀਜ਼ ਔਰ ਨਾ ਹੀ ਮੇਰੇ ਡਿਸਿਪਲਿਨਸ ਜ਼ਿਆਦਾ ਅਪ ਸੀਗੇ, ਲਾਈਕ ਹਾਈ ਸੀਗੇ, ਲਾਈਕ ਸਟੱਡੀ ਵੀ ਲੋ ਸੀ ਅਤੇ ਡਿਸਿਪਲਿਨ ਵੀ ਜ਼ਿਆਦਾ ਉਸ ਸਕੂਲ ਵਿੱਚ ਨਹੀਂ ਸੀਗਾ। ਡਿਸਪਾਈਟ ਦਾ ਫੈਕਟ ਦੈਟ, ਇਸ ਤੋਂ ਇਲਾਵਾ ਦ ਫੀਸਿਸ ਐਟ ਦਿਸ ਨਿਊ ਸਕੂਲ ਵਾਸ ਫਾਰ ਹਾਇਰ ਦੈਨ ਐਟ ਦ ਪ੍ਰੀਵੀਅਸ ਵਨ, ਕਿ ਜਿਹੜੀ ਫੀਸ ਸੀਗੀ ਇਸ ਨਵੇਂ ਸਕੂਲ ਦੇ ਵਿੱਚ ਉਹ ਬਹੁਤ ਜ਼ਿਆਦਾ ਹਾਈ ਸੀਗੀ ਐਜ਼ ਕੰਪੇਅਰ ਟੂ ਦ ਪ੍ਰੀਵੀਅਸ ਵਨ। ਮਾਈ ਪੇਰੈਂਟਸ ਵਰ ਏਬਲ ਟੂ ਇਨਰੋਲ ਮੀ ਦੇਅਰ, ਅਤੇ ਮੇਰੇ ਪੇਰੈਂਟਸ ਏਬਲ ਸੀਗੇ ਕਿ ਉਹ ਮੈਨੂੰ ਉੱਥੇ ਇਨਰੋਲ ਕਰ ਸਕਣ, ਉੱਥੇ ਭੇਜ ਸਕਣ। ਆਈ ਮਸਟ ਐਡਮਿਟ ਦੈਟ, ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਦੈਟ ਆਈ ਹੈਡ ਅ ਲੋਟ ਆਫ ਡਿਫਿਕਲਟੀ ਦੇਅਰ, ਕਿ ਮੈਨੂੰ ਉੱਥੇ ਬਹੁਤ ਸਾਰੀਆਂ ਡਿਫਿਕਲਟੀਜ਼ ਨੂੰ ਉੱਥੇ ਫੇਸ ਕਰਨਾ ਪਿਆ ਐਟ ਫਸਟ ਪਹਿਲਾਂ, ਬਿਕੋਜ਼ ਦ ਐਜੂਕੇਸ਼ਨਲ ਇਨਵਾਇਰਮੈਂਟ ਵਾਸ ਸੋ ਡਿਫਰੈਂਟ, ਕਿਉਂਕਿ ਜਿਹੜਾ ਐਜੂਕੇਸ਼ਨਲ ਇਨਵਾਇਰਮੈਂਟ ਸੀ ਉਹ ਬਹੁਤ ਜ਼ਿਆਦਾ ਡਿਫਰੈਂਟ ਸੀ। ਸੋ ਇੱਕ ਜਿਹੜੀ ਜਨਰਲ ਸਪੀਕਿੰਗ ਹੈ ਉਹਦੇ ਵਿੱਚ ਤੁਸੀਂ ਅੱਛੇ ਵਰਡਸ ਯੂਜ਼ ਕਰਨੇ, ਜਿਵੇਂ ਮੈਂ ਇਹਦੇ ਵਿੱਚ ਯੂਜ਼ ਕੀਤਾ ਆਈ ਮਸਟ ਐਡਮਿਟ ਦੈਟ, ਤੁਸੀਂ ਵੀ ਇੱਦਾਂ ਯੂਜ਼ ਕਰਨੇ, ਕਿਉਂਕਿ ਨੋਰਮਲ ਜਦੋਂ ਆਪਾਂ ਪੰਜਾਬੀ ਬੋਲਦੇ ਹਾਂ ਉੱਦਾਂ ਵੀ ਉਦੋਂ ਵੀ ਤਾਂ ਅਸੀਂ ਇਸ ਟਾਈਪ ਦੇ ਵਰਡਸ ਨੂੰ ਯੂਜ਼ ਕਰਦੇ ਹਾਂ। ਸੋ ਇਹ ਵੀ ਇੱਕ ਤਰ੍ਹਾਂ ਦੀ ਨੋਰਮਲ ਲੈਂਗੁਏਜ ਸਪੀਕਿੰਗ ਟੈਸਟ ਆ, ਸੋ ਤੁਸੀਂ ਵੀ ਇਸ ਦੇ ਵਿੱਚ ਇੱਦਾਂ ਨੋਰਮਲ ਚੀਜ਼ਾਂ ਨੂੰ ਯੂਜ਼ ਕਰਨਾ ਹੈ। ਸੋ ਦ ਐਂਟਾਇਰ ਸਟਾਫ ਵਾਸ ਕੁਆਇਟ ਸੀਵੀਅਰ, ਲਾਈਕ ਬਹੁਤ ਸਟ੍ਰਿਕਟ ਸੀਗਾ ਜਿਹੜਾ ਜਿੰਨਾ ਵੀ ਸਟਾਫ ਸੀਗਾ, ਕਾਦੇ ਰਿਗਾਰਡਿੰਗ ਅਬਾਊਟ ਦ ਸਕੂਲਸ ਰੂਲਸ ਐਂਡ ਰੈਗੂਲੇਸ਼ਨਸ, ਸਕੂਲ ਦੇ ਰੂਲਸ ਤੇ ਰੈਗੂਲੇਸ਼ਨ ਦੇ ਲਈ। ਐਂਡ ਨੋ ਸਟੂਡੈਂਟ ਵਾਜ਼ ਅਲਾਊਡ ਟੂ ਬ੍ਰੇਕ ਦੈਮ, ਤੇ ਕਿਸੇ ਵੀ ਸਟੂਡੈਂਟ ਨੂੰ ਅਲਾਉ ਨਹੀਂ ਸੀ ਕਿ ਉਹ ਉਹਨਾਂ ਦੇ ਰੂਲਸ ਤੇ ਰੈਗੂਲੇਸ਼ਨਸ ਨੂੰ ਤੋੜੇ। ਫਰਦਰਮੋਰ ਆਈ ਵਾਜ਼ ਓਨਲੀ ਅਲਾਉਡ ਟੂ ਕਮਿਊਨੀਕੇਟ ਇਨ ਇੰਗਲਿਸ਼, ਕਿ ਮੈਨੂੰ ਸਿਰਫ ਇੰਗਲਿਸ਼ ਦੇ ਵਿੱਚ ਕਮਿਊਨੀਕੇਟ ਕਰਨਾ ਅਲਾਉਡ ਸੀਗਾ ਵਿਦ ਇਨ ਦ ਕਨਫਾਈਨਸ ਆਫ ਦ ਸਕੂਲ, ਵਿਚ ਵਾਜ਼ ਡਿਫਿਕਲਟ ਫॉर ਮੀ ਐਟ ਫਸਟ, ਕਿ ਸਕੂਲ ਦੇ ਵਿੱਚ ਸਿਰਫ ਮੈਨੂੰ ਇੰਗਲਿਸ਼ ਵਿੱਚ ਗੱਲਬਾਤ ਕਰਨ ਦੀ ਅਲਾਉ ਸੀਗਾ, ਤੇ ਜਿਹੜਾ ਮੇਰੇ ਲਈ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਮੁਸ਼ਕਿਲ ਹੋਇਆ। ਆਫਟਰ ਅ ਫਿਊ ਮੰਥਸ, ਕੁਛ ਮਹੀਨਿਆਂ ਬਾਅਦ, ਹਾਊਐਵਰ ਆਈ ਬਿਗੈਨ ਟੂ ਡੂ ਦਿਸ ਔਨ ਅ ਰੈਗੂਲਰ ਬੇਸਿਸ, ਮੈਂ ਰੈਗੂਲਰ ਬੇਸਿਸ ਤੇ ਇਸ ਨੂੰ ਕਰਨਾ ਸਟਾਰਟ ਕੀਤਾ। Because my friendly temperament, I had no trouble making new acquaintances there। ਉਹਨਾਂ ਨੇ ਕਿਹਾ ਕਿ ਮੇਰੇ ਫੈਮਿਲੀ ਟੈਂਪਰਾਮੈਂਟ ਮਤਲਬ ਕਿ ਮੈਂ ਹਰ ਕਿਸੇ ਨਾਲ ਜਲਦੀ ਘੁਲ ਮਿਲ ਜਾਣਾ ਹੈ, ਹਰ ਕਿਸੇ ਨੂੰ ਬੁਲਾ ਲੈਣਾ। ਸੋ ਮੇਰੇ ਇਸ ਨੇਚਰ ਦਾ ਕਰਕੇ ਮੈਨੂੰ ਇੰਨੀ ਜ਼ਿਆਦਾ ਮੁਸ਼ਕਿਲ ਨਹੀਂ ਆਈ ਕਿ ਮੈਂ ਉੱਥੇ ਨਵੇਂ ਫਰੈਂਡਸ ਬਣਾਵਾਂ। ਕੰਪੈਨੀਅਨਸ ਵੀ ਕਹਿ ਸਕਦੇ ਹੋ, ਐਕੁਇਟੈਂਸਿਸ ਵੀ ਕਹਿ ਸਕਦੇ ਹੋ, ਤੇ ਫਰੈਂਡਸ ਵੀ ਕਹਿ ਸਕਦੇ ਹੋ। I could immediately observe a lot of change in my schooling, ਤੇ ਮੈਂ ਉੱਥੇ ਇਮੀਡੀਏਟਲੀ ਬਹੁਤ ਸਾਰੇ ਚੇਂਜਸ ਨੂੰ observe ਕਰ ਸਕਿਆ, ਜਿਵੇਂ ਕਿ ਸਕੂਲਿੰਗ ਦੇ ਵਿੱਚ, ਬਿਹੇਵੀਅਰ ਦੇ ਵਿੱਚ, ਐਂਡ ਕਮਿਊਨੀਕੇਸ਼ਨ ਸਕਿੱਲਸ ਐਜ਼ ਅ ਰਿਜ਼ਲਟ ਆਫ ਗ੍ਰੇਟਰ ਐਜੂਕੇਸ਼ਨ ਐਂਡ ਡਿਸਿਪਲਿਨ। ਤੇ ਇਹ ਸਭ ਚੀਜ਼ਾਂ ਮੇਰੇ ਵਿੱਚ ਕਿਉਂ ਹੋਈਆਂ, ਕਿਉਂਕਿ ਬਹੁਤ ਇੱਕ ਅੱਛੀ ਐਜੂਕੇਸ਼ਨ ਸੀ ਤੇ ਅੱਛਾ ਡਿਸਿਪਲਿਨ ਉੱਥੇ ਸੀਗਾ। ਸੋ ਦਿਸ is the cue card again। Moving to this new school, ਇਸ ਨਿਊ ਸਕੂਲ ਦੇ ਵਿੱਚ ਮੂਵ ਕਰਨ ਤੇ was a life changing experience for me, ਉਹ ਮੇਰੇ ਲਈ ਇੱਕ ਬਹੁਤ ਹੀ ਲਾਈਫ ਚੇਂਜਿੰਗ ਐਕਸਪੀਰੀਅੰਸ ਸੀਗਾ। ਐਜ਼ ਆਈ ਨੋਟ ਓਨਲੀ ਰਿਸੀਵਡ ਐਕਸੀਲੈਂਟ ਸਕੋਰਸ ਇਨ ਮਾਈ ਐਗਜ਼ਾਮ, ਕਿ ਜਿਵੇਂ ਮੈਂ ਸਿਰਫ ਆਪਦੇ ਐਗਜ਼ਾਮ 'ਚ ਹੀ ਵਧੀਆ ਸਕੋਰਸ ਨਹੀਂ ਰਿਸੀਵ ਕੀਤੇ, ਬਟ ਆਲਸੋ ਨਾਲ ਨਾਲ ਕੀ ਰਿਸੀਵਡ ਐਕਲੋਲੇਡਸ ਇਨ ਐਕਸਟਰਾ ਕਰਿਕੂਲਰ ਐਕਟੀਵਿਟੀਜ਼, ਕਿ ਉਹਨਾਂ ਵਿੱਚ ਵੀ ਮੈਂ ਬਹੁਤ ਜ਼ਿਆਦਾ ਪ੍ਰੇਜ਼, ਬਹੁਤ ਜ਼ਿਆਦਾ ਵਿਨਰ ਲਾਈਕ ਆਪਾਂ ਕਹਿ ਸਕਦੇ ਪ੍ਰਾਈਜ਼ਸ ਜਿੱਤੇ। ਦੈਟ ਵਾਜ਼ ਮਾਈ ਐਕਸਪੀਰੀਅੰਸ ਵਿਦ ਸਟਾਰਟਿੰਗ ਅ ਨਿਊ ਸਕੂਲਸ, ਤੇ ਇਹੀ ਮੇਰਾ ਐਕਸਪੀਰੀਅੰਸ ਸੀ ਜਦੋਂ ਮੈਂ ਇੱਕ ਨਵੇਂ ਸਕੂਲ ਨੂੰ ਸਟਾਰਟ ਕੀਤਾ। ਸੋ ਇਹ ਅੱਜ ਦਾ ਸੀਗਾ ਕਿਊ ਕਾਰਡ, ਕਿ ਕਿੱਦਾਂ ਆਪਾਂ ਇੱਕ ਕਿਊ ਕਾਰਡ ਨੂੰ ਅੱਛੀ ਤਰ੍ਹਾਂ ਡਿਸਕ੍ਰਾਈਬ ਕਰਨਾ ਹੈ, ਕਿ ਇੱਕ ਆਪਾਂ ਸਕੂਲ ਦੇ ਬਾਰੇ ਬੋਲਿਆ ਕਿ ਕਿੱਦਾਂ ਉਸ ਸਕੂਲ ਨੂੰ ਮੈਂ ਚੇਂਜ ਕੀਤਾ, ਉਹਦੇ ਪਿੱਛੇ ਰੀਜ਼ਨ ਕੀ ਸੀ। ਰੀਜ਼ਨ ਇਹ ਸੀਗਾ ਕਿ ਐਜੂਕੇਸ਼ਨਲ ਤੇ ਡਿਸਿਪਲਿਨ ਪਹਿਲਾਂ ਵਾਲੇ ਸਕੂਲ ਵਿੱਚ ਜ਼ਿਆਦਾ ਅੱਛਾ ਨਹੀਂ ਸੀਗਾ, ਨਵੇਂ ਸਕੂਲ ਦੇ ਇਸ ਕਰਕੇ ਮੇਰੇ ਪੇਰੈਂਟਸ ਨੇ ਮੈਨੂੰ ਉੱਥੇ ਭੇਜਿਆ। ਐਂਡ ਇਹ ਨਿਊ ਸਕੂਲ ਜਿਹੜਾ ਸੀ ਇੰਗਲਿਸ਼ ਮੀਡੀਅਮ ਵੀ ਸੀਗਾ। ਫਿਰ ਉਹਨਾਂ ਨੇ ਕਿਹਾ ਹੈ ਕਿ
दूसरे क्वेश्चन यू कुड सी हियर उन्होंने किया कि वाई यू मूवड इट एंड हाउ यू फैल्ट अबाउट, तो ਆਪਾਂ ਬਹੁਤ ਸਾਰੀਆਂ ਪ੍ਰੋਬਲਮਸ ਲਿਖੀਆਂ ਕਿ ਉੱਥੇ ਇੰਗਲਿਸ਼ ਦਾ ਇਨਵਾਇਰਮੈਂਟ ਸੀਗਾ ਬਹੁਤ ਜ਼ਿਆਦਾ, ਤਾਂ ਮੈਨੂੰ ਫਸਟ ਬਹੁਤ ਜ਼ਿਆਦਾ ਔਖਾ ਹੋਇਆ ਇੰਗਲਿਸ਼ ਦੇ ਵਿੱਚ ਉੱਥੇ ਐਡਜਸਟ ਕਰਨਾ, ਅਤੇ ਸਟਾਫ ਵੀ ਬਹੁਤ ਜ਼ਿਆਦਾ ਕੀ ਸੀਗਾ, ਸਟ੍ਰਿਕਟ ਸੀਗਾ, ਉਹਦੇ ਰੂਲਸ ਤੇ ਰੈਗੂਲੇਸ਼ਨਸ ਨੂੰ ਕੋਈ ਚੀਜ਼ ਅਲਾਉਡ ਨਹੀਂ ਸੀ ਬ੍ਰੇਕ ਕਰਨ ਦੇ ਲਈ ਉੱਥੇ। ਸੋ ਮੈਂ ਹੌਲੀ ਹੌਲੀ ਆਪਦੇ ਆਪ ਨੂੰ ਉਸ ਮਾਹੌਲ ਦੇ ਵਿੱਚ ਢਾਲ ਲਿਆ। ਤੇ ਫਿਰ ਇਹਨਾਂ ਨੇ ਕਿਹਾ ਕਿ ਇੱਕ ਫੀਲਿੰਗ ਹੋਰ ਸੀਗੀ ਕਿ ਜਿੱਦਾਂ ਮੈਂ ਬਹੁਤ ਜ਼ਿਆਦਾ ਮੇਰਾ ਫਰੈਂਡਲੀ ਨੇਚਰ ਆ, ਸੋ ਮੈਨੂੰ ਇੰਨਾ ਜ਼ਿਆਦਾ ਔਖਾ ਨਹੀਂ ਹੋਇਆ ਕਿ ਮੈਂ ਉੱਥੇ ਲਾਈਕ ਫਰੈਂਡਸ ਨਾ ਬਣਾ ਸਕਾਂ। ਮੈਂ ਅੱਛੀ ਤਰ੍ਹਾਂ ਉੱਥੇ ਕੰਪੈਨੀਅਨਸ ਆਪਦੇ ਬਣਾਏ, ਫਰੈਂਡਸ ਬਣਾਏ, ਤੇ ਇਹਨਾਂ ਸਭ ਨੇ ਤੇ ਲਾਸਟ ਦੇ ਵਿੱਚ ਇਸ ਚੀਜ਼ ਦਾ ਰਿਜ਼ਲਟ ਕੀ ਨਿਕਲਿਆ ਕਿ ਇਸ ਸਾਰੀ ਚੀਜ਼ ਨੇ ਮੇਰੇ ਬਿਹੇਵੀਅਰ ਨੂੰ, ਮੇਰੀ ਸਕੂਲਿੰਗ, ਮੇਰੀ ਕਮਿਊਨੀਕੇਸ਼ਨ, ਇਹਨਾਂ ਸਭ ਚੀਜ਼ਾਂ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਚੇਂਜ ਕਰਤਾ ਸੀ, ਤੇ ਮੇਰੀ ਲਾਈਫ ਦਾ ਇੱਕ ਬਹੁਤ ਹੀ ਵਧੀਆ ਐਕਸਪੀਰੀਅੰਸ ਸੀਗਾ। ਤੇ ਐਜ਼ ਅ ਰਿਜ਼ਲਟ ਮੈਂ ਸਿਰਫ ਆਪਦੀ ਅਕੈਡਮਿਕਸ ਦੇ ਵਿੱਚ ਹੀ ਅੱਛੇ ਮਾਰਕਸ ਨਹੀਂ ਲਏ, ਬਲਕਿ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਵੀ ਮੈਨੂੰ ਬਹੁਤ ਸਾਰੀ ਸਫਲਤਾਵਾਂ ਹਾਸਿਲ ਹੋਈਆਂ। ਸੋ ਇਹ ਅੱਜ ਦਾ ਕਿਊ ਕਾਰਡ ਸੀਗਾ ਕਿ ਹਰ ਇੱਕ ਕੁਐਸਚਨ ਜੋ ਉਹਨਾਂ ਨੇ ਆਪਣੇ ਤੋਂ ਪੁੱਛਿਆ ਆਪਾਂ ਪ੍ਰੀਸਾਈਜ਼ਲੀ ਉਸ ਦਾ ਆਨਸਰ ਕੀਤਾ ਹੈ। ਹੁਣ ਆਪਾਂ ਅੱਗੇ ਵਧਦੇ ਹਾਂ ਫੋਲੋਅਪ ਕੁਐਸਚਨ ਦੇ ਲਈ। ਵਾਈ ਡੂ ਪੀਪਲ ਮੂਵ ਟੂ ਅ ਨਿਊ ਹੋਮ? ਫੋਲੋਅਪ ਕੁਐਸਚਨ ਜਿਹੜੇ ਸਭ ਸਟੂਡੈਂਟ ਨੂੰ ਬਹੁਤ ਜ਼ਿਆਦਾ ਹਾਰਡ ਲੱਗਦੇ ਆ, ਬਟ ਮੇਰੀ ਇਹ ਵੀਡੀਓ ਦੇਖ ਕੇ ਆਈ ਡੋਂਟ ਥਿੰਕ ਸੋ ਕਿ ਤੁਹਾਨੂੰ ਇਹ ਹੋਰ ਜ਼ਿਆਦਾ ਹਾਰਡ ਲੱਗਣਗੇ, ਕਿਉਂਕਿ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਬੜੀ ਹੀ ਇਫੈਕਟਿਵ ਤਰੀਕੇ ਨਾਲ ਤੁਹਾਨੂੰ ਮੈਂ ਫੋਲੋਅਪਸ ਹਰ ਵੀਡੀਓ ਦੇ ਵਿੱਚ ਦੱਸਦੀ ਹਾਂ। ਸੋ ਉੱਦਾਂ ਹੀ ਇਸ ਵੀਡੀਓ ਦੇ ਵਿੱਚ, ਸੋ ਵਾਈ ਡੂ ਪੀਪਲ ਮੂਵ ਟੂ ਅ ਨਿਊ ਹੋਮ, ਕਿ ਕਿਉਂ ਜਿਹੜੇ ਲੋਕੀ ਹੈ ਉਹ ਨਵੇਂ ਘਰ ਵੱਲ ਮੂਵ ਕਰ ਜਾਂਦੇ ਹੈ। ਪੀਪਲ ਰੀਲੋਕੇਟ ਫॉर ਅ ਵੈਰਾਈਟੀ ਆਫ ਰੀਜ਼ਨਸ, ਜਿਹੜੇ ਲੋਕੀ ਆ ਬਹੁਤ ਅਲੱਗ-ਅਲੱਗ ਰੀਜ਼ਨਸ ਦਾ ਕਰਕੇ ਰੀਲੋਕੇਟ ਕਰਦੇ ਆ। ਦ ਮੋਸਟ ਪ੍ਰੀਵਲੈਂਟ ਤੇ ਇੰਪੋਰਟੈਂਟ ਉਹਨਾਂ ਵਿੱਚੋਂ ਕਿਹੜਾ, ਆਫ ਵਿਚ, ਉਹਨਾਂ ਵਿੱਚੋਂ ਬੀਇੰਗ ਕਰੀਅਰ ਅਪੋਰਚੁਨਿਟੀਜ਼ ਐਂਡ ਐਜੂਕੇਸ਼ਨਲ ਅਪੋਰਚੁਨਿਟੀਜ਼। ਆ ਦੋ ਮੇਨ ਫੈਕਟਰ ਆ ਜਿਨ੍ਹਾਂ ਦੇ ਕਰਕੇ ਲੋਕੀ ਆਪਦਾ ਨਿਊ ਹੋਮ ਚੇਂਜ ਕਰਦੇ ਆ, ਨਿਊ ਲੈਂਦੇ ਆ, ਲਾਈਕ ਓਲਡ ਹੋਮ ਨੂੰ ਚੇਂਜ ਕਰ ਦਿੰਦੇ ਆ। ਪੀਪਲ ਰੀਲੋਕੇਟ ਵੈਨ ਦੇ ਫਾਈਂਡ ਅ ਜੋਬ ਔਰ ਇਨਰੋਲ ਇਨ ਅ ਸਕੂਲ, ਜਦੋਂ ਲੋਕੀ ਉਦੋਂ ਰੀਲੋਕੇਟ ਕਰਦੇ ਜਦੋਂ ਉਹਨਾਂ ਨੂੰ ਕੋਈ ਨਵੀਂ ਜੋਬ ਮਿਲ ਜਾਂਦੀ ਹੈ ਜਾਂ ਉਹ ਸਕੂਲ ਦੇ ਵਿੱਚ ਇਨਰੋਲ ਹੁੰਦੇ ਆ। ਦੈਟ ਇਜ਼ ਟੂ ਫਾਰ ਅਵੇ ਫਰੋਮ ਦੈਮ ਟੂ ਕਮਿਊਟ ਦੇਅਰ ਔਨ ਅ ਡੇਲੀ ਬੇਸਿਸ। ਤੇ ਉਹ ਜਿਹੜੀਆਂ ਦੋਨੇ ਇਹ ਪਲੇਸਿਸ ਹੈਗੀਆਂ ਲਾਈਕ ਜੋਬ ਤੇ ਸਕੂਲ, ਇਹ ਉਹਨਾਂ ਦੇ ਏਰੀਆ ਤੋਂ ਬਹੁਤ ਜ਼ਿਆਦਾ ਦੂਰ ਹੁੰਦੀਆਂ, ਤੇ ਉਹਨਾਂ ਲਈ ਬਹੁਤ ਜ਼ਿਆਦਾ ਹਾਰਡ ਹੋ ਜਾਂਦਾ ਕਮਿਊਟ ਕਰਨਾ। ਕਮਿਊਟ ਲਾਈਕ ਟਰੈਵਲ ਕਰਨਾ ਸਿਨੋਨੀਅਮ ਆ ਡੇਲੀ ਬੇਸਿਸ ਤੇ। ਦੋ ਕਾਰਨ ਇਹ ਹੋ ਗਿਆ। ਹੁਣ ਆਪਾਂ ਤੀਜਾ ਕਾਰਨ ਆਪਾਂ ਦੱਸ ਰਹੇ ਹਾਂ ਐਗਜ਼ਾਮੀਨਰ ਨੂੰ, ਮੈਰਿਜ ਔਰ ਹੈਵਿੰਗ ਚਿਲਡਰਨ ਇਜ਼ ਅਨਦਰ ਮੇਜਰ ਰੀਜ਼ਨ। ਇਹ ਦੂਸਰਾ ਮੇਜਰ ਰੀਜ਼ਨ ਹੈ। ਦਿਸ ਇਜ਼ ਡਿਊ ਟੂ ਆਈਦਰ ਅ ਡਿਜ਼ਾਇਰ ਫॉर ਇੰਡੀਪੈਂਡੈਂਸ, ਮਤਲਬ ਮੈਰਿਜ ਤੇ ਚਿਲਡਰਨ ਹੈ, ਇਹ ਰੀਜ਼ਨ ਹੈ। ਤੇ ਇਹ ਕਿਉਂ ਹੁੰਦੇ ਆ ਵੀ ਜਾਂ ਤਾਂ ਆਈਦਰ ਔਰ ਦੀ ਮੈਂ ਸਟਰਕਚਰ ਬਣਾਈ ਹੈ ਇੱਥੇ ਡਿਊ ਟੂ ਲਾ ਕੇ, ਕਿਉਂਕਿ ਕੋਹੀਜ਼ਨ ਕੋਹਰੈਂਸ ਆਪਾਂ ਨੂੰ ਮੇਨਟੇਨ ਕਰਨਾ ਜ਼ਰੂਰੀ ਹੈ। ਸੋ ਆਈਦਰ ਜਾਂ ਤਾਂ ਉਹਨਾਂ 'ਚ ਡਿਜ਼ਾਇਰ ਹੁੰਦੀ ਹੈ ਕਿ ਉਹ ਇੰਡੀਪੈਂਡੈਂਟ ਹੋ ਜਾਣ, ਐਂਡ ਪ੍ਰਾਈਵੇਸੀ, ਜਾਂ ਫਿਰ ਉਹ ਪ੍ਰਾਈਵੇਸੀ ਚਾਹੁੰਦੇ ਆ, ਔਰ ਦਾ ਫੈਕਟ ਦੈਟ ਦੇਅਰ ਪ੍ਰੀਵੀਅਸ ਹੋਮ ਵਾਸ ਟੂ ਸਮਾਲ। ਤੇ ਇਹ ਵੀ ਫੈਕਟ ਹੋ ਸਕਦਾ ਹੈ ਕਿ ਉਹਨਾਂ ਦਾ ਜਿਹੜਾ ਪਹਿਲਾਂ ਵਾਲਾ ਘਰ ਆ ਬਹੁਤ ਜ਼ਿਆਦਾ ਛੋਟਾ ਹੋਵੇ ਟੂ ਅਕੋਮੋਡੇਟ ਦ ਗਰੋਇੰਗ ਫੈਮਿਲੀ, ਤਾਂ ਕਿ ਉਹ ਵੱਧਦੀ ਹੋਈ ਫੈਮਿਲੀ ਨੂੰ ਉੱਥੇ ਰੱਖ ਸਕਣ, ਤਾਂ ਉਹਨਾਂ ਲਈ ਬਹੁਤ ਜ਼ਿਆਦਾ ਔਖਾ ਹੋ ਜਾਏ, ਇਸ ਲਈ ਉਹ ਮੂਵ ਕਰਦੇ ਆ। ਸੋ ਇਹ 3-4 ਰੀਜ਼ਨਸ ਹੈ, ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਲਿਖ ਲਓ ਤਾਂ ਕਿ ਜਦੋਂ ਵੀ ਐਗਜ਼ਾਮੀਨਰ ਜਾਂ ਕੋਈ ਵੀ ਟੀਚਰ ਐਟਲੀਸਟ ਤੁਹਾਨੂੰ ਕੁਐਸਚਨ ਪੁੱਛੇ ਤਾਂ ਤੁਸੀਂ ਇਸ ਕੁਐਸਚਨ ਦੇ ਵਿੱਚ ਅੜੋ ਨਾ, ਉਹਨਾਂ ਨੂੰ ਇੱਕ ਅੱਛਾ ਜਿਹਾ ਆਨਸਰ ਦਿਓ ਤੇ ਇੰਪ੍ਰੈਸ ਕਰਕੇ ਜ਼ਿਆਦਾ ਬੈਂਡ ਸਕੋਰ ਲਾਓ। What problems do people face after moving to a new place? ਜਦੋਂ ਲੋਕੀ ਨਵੇਂ ਲਾਈਕ ਪਲੇਸ ਤੇ ਮੂਵ ਕਰਦੇ ਤੇ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਉਹਨਾਂ ਨੂੰ ਹੁੰਦੀਆਂ ਨੇ, ਐਂਡ ਹਾਊ ਡੂ ਪੀਪਲ ਸੋਲਵ ਥੀਸ ਪ੍ਰੋਬਲਮਸ, ਤੇ ਇਹਨਾਂ ਪ੍ਰੋਬਲਮਸ ਨੂੰ ਲੋਕੀ ਕਿਵੇਂ ਸੋਲਵ ਕਰ ਸਕਦੇ ਆ। I believe that ਮੈਨੂੰ ਇਹ ਲੱਗਦਾ ਹੈ that is contingent on the location to which they are relocating। ਇਹ ਬਹੁਤ ਔਖਾ ਹੈ, ਬਹੁਤ ਸਾਰੀਆਂ ਮੁਸ਼ਕਲਾਵਾਂ ਉੱਥੇ ਹੁੰਦੀਆਂ ਨੇ। ਫॉर एग्जाम्पल ਜਿਵੇਂ ਕਿ ਪੀਪਲ ਮੇ ਐਕਸਪੀਰੀਅੰਸ ਕਲਚਰ ਸ਼ੌਕ, ਹੋ ਸਕਦਾ ਹੈ ਲੋਕੀ ਕਲਚਰ ਸ਼ੌਕ ਨੂੰ ਐਕਸਪੀਰੀਅੰਸ ਕਰਨ, ਜਿਵੇਂ ਕਹਿ ਸਕਦੇ ਹਾਂ ਕਿ ਉੱਥੇ ਹੋਰ ਜਾਂ ਦੂਸਰੇ ਕਲਚਰ ਦੇ ਲੋਕੀ ਹੁੰਦੇ ਆ ਤਾਂ ਆਪਾਂ ਨੂੰ ਉੱਥੇ ਜਾ ਕੇ ਐਡਜਸਟ ਕਰਨਾ ਔਖਾ ਹੋ ਜਾਂਦਾ ਹੈ, ਉਸ ਚੀਜ਼ ਨੂੰ ਕਹਿੰਦੇ ਆ ਕਲਚਰ ਸ਼ੌਕ। ਇਫ ਦੇ ਰੀਲੋਕੇਟ ਟੂ ਅ ਨਿਊ ਲੋਕੇਸ਼ਨ ਵਿਦ ਅ ਡਿਫਰੈਂਟ ਕਲਚਰ, ਜੇ ਉਹ ਨਵੇਂ ਲੋਕੇਸ਼ਨ 'ਤੇ ਜਾਂਦੇ ਇੱਕ ਅਲੱਗ ਕਲਚਰ ਦੇ, ਲਾਈਕ ਜਿਵੇਂ ਹੁਣ ਆਪਾਂ ਪੰਜਾਬ ਦੇ ਜੋ ਸਟੂਡੈਂਟਸ ਹੈ ਜਾਂ ਪੰਜਾਬ ਦੇ ਜਿਹੜੇ ਲੋਕੀ ਆ ਉਹ ਹੁਣ ਹੈਦਰਾਬਾਦ ਜਾਂ ਯੂਪੀ ਦੇ ਵਿੱਚ ਜਾਣ, ਬਿਹਾਰ ਵਿੱਚ ਜਾਣ, ਤਾਂ ਓਬਵੀਅਸਲੀ ਉਹ ਚੀਜ਼ ਉਹਨਾਂ ਦੇ ਲਈ ਨਿਊ ਆ, ਤਾਂ ਉਹ ਉਸ ਚੀਜ਼ ਨੂੰ ਆਪਾਂ ਕਵਾਂਗੇ ਕਲਚਰਲ ਸ਼ੌਕ। ਤੇ ਇਹ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ। ਮੇਕਿੰਗ ਨਿਊ ਐਕੁਇਸਟੈਂਸਿਸ ਐਂਡ ਗੈਟਿੰਗ ਟੂ ਨੋ ਯੂਅਰ ਨੇਬਰਸ ਇਜ਼ ਅਨਦਰ ਇਸ਼ੂ। ਨਵੇਂ ਫਰੈਂਡਸ ਬਣਾਉਣਾ ਤੇ ਆਪਦੇ ਜਿਹੜੇ ਗੁਆਂਢੀ ਹੁੰਦੇ ਆ ਜਾਂ ਜਿਹਨਾਂ ਨੂੰ ਆਪਾਂ ਨੇਬਰਸ ਕਹਿੰਦੇ ਆ ਕਿ ਉਹਨਾਂ ਦੇ ਨਾਲ ਉਹਨਾਂ ਨੂੰ ਜਾਣਨਾ ਪਛਾਣਨਾ, ਉਹਨਾਂ ਦੇ ਨਾਲ ਘੁਲਣਾ ਮਿਲਣਾ ਵੀ ਇੱਕ ਬਹੁਤ ਵੱਡਾ ਦੂਸਰਾ ਇਸ਼ੂ ਹੈ ਜਿਹੜੇ ਲੋਕੀ ਫੇਸ ਕਰਦੇ ਆ।
ਪੀਪਲ ਟੈਕਲ ਥੀਸ ਇਸ਼ੂਜ਼, ਕਿਉਂਕਿ ਇਸ ਕੁਐਸਚਨ ਦੇ ਵਿੱਚ ਉਹਨਾਂ ਨੇ ਦੂਸਰਾ ਕੁਐਸਚਨ ਪੁੱਛਿਆ ਕਿ ਲੋਕੀ ਇਸ ਇਸ਼ੂ ਪ੍ਰੋਬਲਮਸ ਨੂੰ ਕਿਵੇਂ ਟੈਕਲ ਕਰਦੇ ਆ। ਸੋ ਪੀਪਲ ਟੈਕਲ ਥੀਸ ਇਸ਼ੂਜ਼ ਬਾਈ ਥਰੋਇੰਗ ਅ ਹਾਊਸ ਵਾਰਮਿੰਗ ਪਾਰਟੀ, ਵਾਰਮਿੰਗ ਕਿ ਉਹ ਇੱਕ ਪਾਰਟੀ ਦੇ ਸਕਦੇ ਆ ਐਂਡ ਗੈਟਿੰਗ ਟੂ ਨੋ ਦੇਅਰ ਨੇਬਰਸ, ਕਿ ਇੱਕ ਹੀ ਇਹਨਾਂ ਇਸ਼ੂਜ਼ ਨੂੰ ਸੋਲਵ ਕਰਨ ਦਾ ਇੱਕ ਤਰੀਕਾ ਹੈ ਕਿ ਲੋਕੀ ਕੀ ਕਰ ਸਕਦੇ ਆ, ਹਾਊਸ ਵਾਰਮਿੰਗ ਪਾਰਟੀ, ਇੱਕ ਛੋਟਾ ਜਿਹਾ ਲਾਈਕ ਫੰਕਸ਼ਨ ਰੱਖਣ ਜਾਂ ਵੈਸੇ ਹੀ ਕੋਈ ਇੱਦਾਂ ਛੋਟੀ ਜਿਹੀ ਪਾਰਟੀ ਗੈਟ ਟੂਗੈਦਰ ਹੋਣ ਆਪਦੇ ਨੇਬਰਸ ਦੇ ਨਾਲ, ਉਹਨਾਂ ਨੂੰ ਇਨਵਾਈਟ ਕਰਨ ਤੇ ਉਹਨਾਂ ਨੂੰ ਲਾਈਕ ਕਾਫੀ ਤੇ ਜਾਂ ਡਿਨਰ ਤੇ ਬੁਲਾਉਣ ਤਾਂ ਕਿ ਉਹ ਕੀ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਜਾਣ ਸਕਣ। ਸੋ ਇਹ ਇੱਕ ਵੇ ਆ। What are the advantages and disadvantages of living in the same place? Same place ਤੇ ਰਹਿਣ ਦੇ ਕੀ advantages ਆ ਤੇ ਕੀ disadvantages ਆ। Living in the same place over an extended period of time is relaxing, ਕਿ ਇੱਕ same place ਤੇ ਰਹਿਣਾ ਇੱਕ ਲੰਬੇ ਸਮੇਂ ਤੱਕ ਉਹ ਬਹੁਤ ਹੀ ਜ਼ਿਆਦਾ relaxing ਹੁੰਦਾ ਹੈ। People do not need to spend time setting up items over and over, ਲੋਕਾਂ ਨੂੰ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਕਿ ਉਹ ਦੁਬਾਰੇ ਆਪਦੀਆਂ ਚੀਜ਼ਾਂ ਨੂੰ ਸੈੱਟ ਕਰਨ, ਕਿਉਂਕਿ ਇੱਕ ਘਰ ਤੋਂ ਦੂਜੇ ਘਰੇ ਜਾਣਗੇ ਤਾਂ ਓਬਵੀਅਸਲੀ ਉਹਨਾਂ ਨੂੰ ਆਪਦਾ ਸਮਾਨ ਚੱਕਣਾ ਪੈਣਾ, ਉੱਥੇ ਜਾ ਕੇ ਫਿਰ ਉਹਨਾਂ ਨੂੰ ਜਚਾਉਣਾ ਪੈਣਾ। ਸੋ ਉਸ ਚੀਜ਼ ਟਾਈਪ ਦੀ ਕੋਈ ਪ੍ਰੋਬਲਮ ਨਹੀਂ ਆਊਗੀ। ਪੀਪਲ ਬਿਕੋਜ਼ ਦੇ ਆਰ ਫੈਮੀਲੀਅਰ ਵਿਦ ਦੈਮ, ਕਿਉਂਕਿ ਉਹ ਉਹਨਾਂ ਚੀਜ਼ਾਂ ਦੇ ਨਾਲ ਉਸ ਪਲੇਸ ਨਾਲ ਸਭ ਜਗ੍ਹਾ ਤੇ ਉਹ ਫੈਮੀਲੀਅਰ ਹੁੰਦੇ ਆ। ਲਿਵਿੰਗ ਇਨ ਦ ਸੇਮ ਏਰੀਆ, ਇੱਕ ਸੇਮ ਏਰੀਆ ਤੇ ਰਹਿਣਾ ਔਨ ਦੀ ਅਦਰ ਹੈਂਡ ਬਿਕਮਸ ਰਿਪੀਟੀਟਿਵ ਐਂਡ ਡਲ, ਕਿ ਇਹ ਬਹੁਤ ਜ਼ਿਆਦਾ ਰਿਪੀਟੀਟਿਵ ਤੇ ਡਲ ਵੀ ਹੋ ਸਕਦਾ ਹੈ ਇੱਕ ਸੇਮ ਏਰੀਆ ਤੇ ਰਹਿਣਾ। ਸੋ ਇਹ ਦੋਨੇ ਇਹਦੇ ਕੀ ਸੀ, ਐਡਵਾਂਟੇਜ ਤੇ ਡਿਸਐਡਵਾਂਟੇਜ ਸੀ। ਇਜ਼ ਇਟ ਗੁੱਡ ਟੂ ਮੂਵ ਟੂ ਅ ਨਿਊ ਪਲੇਸ ਫ੍ਰੀਕੁਐਂਟਲੀ ਐਂਡ ਵਾਈ, ਕਿ ਇਹ ਸਹੀ ਆ ਕਿ ਇੱਕ ਨਵੇਂ ਪਲੇਸ ਤੇ ਜਲਦੀ ਆਪਾਂ ਮੂਵ ਹੋ ਜਾਈਏ ਇੱਕ ਪਲੇਸ ਤੋਂ ਦੂਸਰੇ ਪਲੇਸ ਤੱਕ। ਜੇ ਇਹ ਸਹੀ ਹੈ ਤਾਂ ਕਿਉਂ ਆ, ਜੇ ਚੀਜ਼ ਸਹੀ ਨਹੀਂ ਹੈਗੀ ਤਾਂ ਕਿਉਂ ਨਹੀਂ ਹੈਗੀ। ਸੋ ਆਈ ਡੋਂਟ ਥਿੰਕ, ਮੈਨੂੰ ਨਹੀਂ ਲੱਗਦਾ ਇਟ ਇਜ਼ ਗੁੱਡ ਆਈਡੀਆ ਟੂ ਰੀਲੋਕੇਟ ਰੈਗੂਲਰਲੀ, ਕਿ ਰੈਗੂਲਰਲੀ ਰੀਲੋਕੇਟ ਕਰਨਾ ਇੱਕ ਵਧੀਆ ਆਈਡੀਆ ਹੈ। ਟੂ ਬਿਗਿਨ ਜਿਹਨੂੰ ਸਟਾਰਟ ਕਰੀਏ, ਇਟ ਮੇ ਬੀ ਮੋਨੀਟਰਲੀ ਡਿਫਿਕਲਟ ਟੂ ਡੂ ਸੋ, ਮੋਨੀਟਰਲੀ ਲਾਈਕ ਪੈਸੇ ਦੇ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਫਾਈਨੈਂਸ਼ਲੀ ਚੀਜ਼ ਬਹੁਤ ਜ਼ਿਆਦਾ ਆਪਣੇ ਲਈ ਡਿਫਿਕਲਟ ਹੋ ਸਕਦੀ ਹੈ। ਦੇਰ ਆਰ ਨਿਊਮਰਸ ਕੋਸਟਸ ਐਸੋਸੀਏਟਡ ਵਿਦ ਮੂਵਿੰਗ, ਜਦੋਂ ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕਰਦੇ ਹਾਂ ਤਾਂ ਆਪਾਂ ਨੂੰ ਬਹੁਤ ਸਾਰਾ ਖਰਚਾ ਕਰਨਾ ਪੈਂਦਾ, ਉਸ ਚੀਜ਼ ਨਾਲ ਬਹੁਤ ਸਾਰੀ ਕੋਸਟ ਐਡ ਹੁੰਦੀ ਆ। ਸੈਕਿੰਡ, ਦੂਸਰਾ, ਮੇਕਿੰਗ ਨਿਊ ਐਕੁਇਸਟੈਂਸਿਸ ਮੇ ਬੀ ਚੈਲੰਜਿੰਗ, ਦੂਸਰੀ ਜਗ੍ਹਾ ਤੇ ਫਰੈਂਡਸ ਬਣਾਉਣੇ ਨਵੇਂ ਹੋ ਸਕਦਾ ਚੈਲੰਜਿੰਗ ਹੋਵੇ। ਐਂਡ ਪੀਪਲ ਮੇ ਮਿਸ ਦੇਅਰ ਪ੍ਰੀਵੀਅਸ ਹੋਮ, ਤੇ ਹੋ ਸਕਦਾ ਲੋਕੀ ਆਪਦੇ ਪਹਿਲਾਂ ਵਾਲੇ ਘਰ ਨੂੰ ਵੀ ਮਿਸ ਕਰਦੇ ਹੋਣ। ਫਾਈਨਲੀ ਲਾਸਟ ਦੇ ਵਿੱਚ, ਫਰੋਮ ਦ ਪਰਸਪੈਕਟਿਵ ਆਫ ਦ ਚਿਲਡਰਨ, ਜਵਾਕਾਂ ਦਾ ਕਰਕੇ ਇਟ ਮੇ ਬੀ ਡਿਵਾਸਟੇਟਿੰਗ, ਇਹ ਬਹੁਤ ਜ਼ਿਆਦਾ ਖਤਰਨਾਕ ਹੋ ਸਕਦਾ ਬਿਕੋਜ਼ ਇਟ ਵੁੱਡ ਡਿਸਟਰਪਟ ਦੇਅਰ ਐਜੂਕੇਸ਼ਨਲ ਕੰਟੀਨਿਊਟੀ, ਕਿਉਂਕਿ ਇਹ ਚੀਜ਼ ਕੀ ਹੈ, ਡਿਸਟਰਪਟ ਮਤਲਬ ਖਰਾਬ ਕਰ ਸਕਦੀ ਉਹਨਾਂ ਦੀ ਐਜੂਕੇਸ਼ਨਲ ਕੰਟੀਨਿਊਟੀ। ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹਰ ਇੱਕ ਚੀਜ਼ ਪ੍ਰੀਸਾਈਜ਼ਲੀ ਦੱਸੀ ਹੈ ਕਿ ਕਿੱਦਾਂ ਆਪਾਂ ਆਪਣੇ ਕਿਊ ਕਾਰਡ ਨੂੰ ਦੱਸਣਾ ਆ, ਕਿੱਦਾਂ ਆਪਾਂ ਆਪਣੇ ਫੋਲੋਅਪਸ ਨੂੰ ਐਲੈਬੋਰੇਟ ਕਰਨਾ। ਇਹਦੇ ਵਿੱਚ ਵਰਡਸ ਦੇਖੋ, ਜਿੱਦਾਂ ਹੁਣ ਲਾਸਟ ਕੁਐਸਚਨ ਦੇ ਵਿੱਚ ਮੈਂ ਵਰਡ ਪਾਇਆ ਮੋਨੀਟਰਲੀ, ਰਾਈਟ, ਚੈਲੰਜਿੰਗ ਐਂਡ ਡਿਸਟਰਪਟ, ਪਰਸਪੈਕਟਿਵ ਐਂਡ ਐਕੁਇਸਟੈਂਸਿਸ, ਜਿਹੜੀ ਮੈਂ ਹੋਰ ਉੱਤੇ ਕਿਊ ਕਾਰਡ ਵਿੱਚ ਵੀ ਵਰਡ ਯੂਜ਼ ਕੀਤਾ, ਐਜੂਕੇਸ਼ਨਲ ਕੰਟੀਨਿਊਟੀ। ਸੋ ਇਸ ਟਾਈਪ ਦੇ ਵਰਡਸ ਨੂੰ ਤੁਸੀਂ ਯੂਜ਼ ਕਰੋ ਤਾਂ ਕਿ ਤੁਹਾਨੂੰ ਐਗਜ਼ਾਮੀਨਰ ਬੈਂਡ ਸਕੋਰ ਦੇਵੇ। ਇੱਕ ਲਾਈਨ ਨੂੰ ਲੰਬਾ ਬੋਲਣ ਦੀ ਜਗ੍ਹਾ ਉਸਦਾ ਇੱਕ ਪਰਟੀਕੂਲਰ ਵਰਡ ਬੋਲੋ ਤਾਂ ਕਿ ਜੋ ਸਟੂਡੈਂਟ ਲਾਈਕ ਜੇ ਤੁਹਾਡੇ 6 ਬੈਂਡ ਸਕੋਰ ਹੈ ਤਾਂ ਉਹ 7.5 ਇਸ ਤੋਂ ਵੀ ਅਪ ਹੋ ਜਾਣ। ਸੋ ਦਿਸ ਇਜ਼ ਆਲ ਅਬਾਊਟ ਟੂਡੇਜ਼ ਵੀਡੀਓ। ਹੋਪ ਯੂ ਗਾਈਜ਼ ਲਾਈਕ ਮਾਈ ਵੀਡੀਓ ਦ ਮੋਸਟ। ਤੇ ਜੇ ਤੁਸੀਂ ਮੇਰੇ ਚੈਨਲ ਤੇ ਨਿਊ ਹੋ ਸੋ ਪਲੀਜ਼ ਕੀਪ ਸਬਸਕ੍ਰਾਈਬ ਐਂਡ ਲਾਈਕ ਦ ਵੀਡੀਓ so that I will also give you the another videos like this. So now it's time to finish the video. Let's meet in the next video. Take care. Bye bye.